ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡੇ ਆਪਣੇ YouTube ਚੈਨਲ ਨੌਲੇਜ ਹਬ 'ਤੇ ਮੈਂ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਇਆ ਹਾਂ, ਜਿਸ ਦੇ ਵਿੱਚ ਆਪਾਂ ਰਸਾਇਣਿਕ ਵਿਗਿਆਨ ਦੇ ਜਿਹੜੇ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਉੱਤਰ ਹੋ ਜਾਂਦੇ ਆ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੇ ਲਈ, ਉਹਨਾਂ ਦੀ ਡਿਸਕਸ਼ਨ ਕਰਾਂਗੇ। ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਵੇਖਣਾ। ਸੋ ਮੇਰੀ ਰਿਕੁਐਸਟ ਹੈ ਕਿ ਵੀਡੀਓ ਅੱਗੇ ਜ਼ਰੂਰ ਸ਼ੇਅਰ ਕਰਨਾ ਜੇ ਤੁਹਾਨੂੰ ਹੈਲਪਫੁਲ ਲੱਗੇ, ਅਤੇ ਜਿਹੜੇ ਨੋਟਸ ਨੇ ਇਹ ਮੈਂ ਆਪ ਤਿਆਰ ਕਰਦਾ ਵਾਂ, ਤਾਂ ਤੁਸੀਂ ਵੀ ਇਹਨਾਂ ਨੂੰ ਜੇ ਹੋ ਸਕੇ ਤਾਂ ਪਲੀਜ਼ ਸੁਣ ਕਿਸੇ ਕਾਪੀ 'ਤੇ ਨੋਟ ਕਰ ਲਿਆ ਕਰੋ। ਸੋ ਜ਼ਿਆਦਾ ਆਪਾਂ ਟਾਈਮ ਨਹੀਂ ਖਰਾਬ ਕਰਾਂਗੇ, ਸੋ ਵੀਡੀਓ ਸ਼ੁਰੂ ਕਰਦੇ ਹਾਂ। ਸੋ ਆਪਣੇ ਕੋਲ ਪਹਿਲਾ ਪ੍ਰਸ਼ਨ ਹੈਗਾ ਵਾ ਕਿ ਚਮੜੀ ਦੇ ਰੋਗਾਂ ਦੇ ਇਲਾਜ ਵਿੱਚ ਕਿਹੜਾ ਰੇਡੀਓ ਆਈਸੋਟੋਪ ਵਰਤਿਆ ਜਾਂਦਾ ਹੈ। ਜਿਹੜੇ ਚਮੜੀ ਦੇ ਰੋਗਾਂ ਦੇ ਇਲਾਜ ਵਾਸਤੇ ਰੇਡੀਓ ਆਈਸੋਟੋਪ ਵਰਤਿਆ ਜਾਂਦਾ ਹੈ, ਉਸ ਦਾ ਨਾਮ ਹੈਗਾ ਰੇਡੀਓ ਫਾਸਫੋਰਸ। ਸੋ ਰੇਡੀਓ ਫਾਸਫੋਰਸ ਜਿਹੜਾ ਚਮੜੀ ਦੇ ਹੈਗਾ ਜਿਹੜਾ ਰੇਡੀਓ ਆਈਸੋਟੋਪ ਇਲਾਜਾਂ ਵਾਸਤੇ ਵਰਤਿਆ ਜਾਂਦਾ, ਸੋ ਰੇਡੀਓ ਫਾਸਫੋਰਸ ਉਸ ਦਾ ਰਾਈਟ ਆਨਸਰ ਹੋ ਜਾਏਗਾ। ਬਹੁਤ ਉੱਚੀ ਉਚਾਈ 'ਤੇ ਮਨੁੱਖ ਦੇ ਜਿਹੜੇ ਲਾਲ ਲਹੂ ਦੇ ਸੈੱਲ ਨੇ, ਜਦੋਂ ਮਨੁੱਖ ਕਿਸੇ ਵੀ ਧਰਤੀ ਤੋਂ ਬਹੁਤ ਹੀ ਜ਼ਿਆਦਾ ਉਚਾਈ 'ਤੇ ਹੁੰਦਾ, ਕਿਸੇ ਪਹਾੜ 'ਤੇ ਹੁੰਦਾ ਜਾਂ ਅੰਤਰਿਕਸ਼ 'ਚ ਹੁੰਦਾ ਜਾਂ ਕਿਸੇ ਵੀ ਜ਼ਮੀਨੀ ਸਤਰ ਤੋਂ ਬਹੁਤ ਜ਼ਿਆਦਾ ਉਚਾਈ 'ਤੇ ਹੁੰਦਾ, ਤਾਂ ਜਿਹੜੇ ਉਸਦੇ ਲਾਲ ਲਹੂ ਦੇ ਜਿਹੜੇ ਸੈੱਲ ਨੇ ਤਾਂ ਉਹਨਾਂ ਦੇ ਵਿੱਚ ਜਿਹੜੀ ਹੈਗੀ ਸੈਲਜ਼ ਦੀ ਗਿਣਤੀ ਦੇ ਵਿੱਚ ਵਾਧਾ ਹੁੰਦਾ ਵਾ। ਅਤੇ ਉਸ ਤੋਂ ਬਾਅਦ ਆਪਣੇ ਕੋਲ ਪ੍ਰਸ਼ਨ ਬਣਦਾ ਕਿ ਜੇਕਰ ਚੰਨ ਦੀ ਸਤਹ 'ਤੇ ਬੰਬ ਫਟੇ ਤਾਂ ਧਰਤੀ 'ਤੇ ਇਸ ਦੀ ਆਵਾਜ਼ ਕਿੰਨੇ ਟਾਈਮ ਵਿੱਚ ਸੁਣਾਈ ਦੇਵੇਗੀ। ਤਾਂ ਜੇਕਰ ਦੇਖੀਏ ਤਾਂ ਜੇਕਰ ਚੰਨ 'ਤੇ ਇੱਕ ਬੰਬ ਫਟੇ ਤਾਂ ਉਸਦੀ ਆਵਾਜ਼ ਜਿਹੜੀ ਧਰਤੀ 'ਤੇ ਕਦੇ ਵੀ ਨਹੀਂ ਪਹੁੰਚੇਗੀ। ਕਦੇ ਵੀ ਕਿਉਂ ਨਹੀਂ ਪਹੁੰਚੇਗੀ? ਕਿਉਂਕਿ ਚੰਨ ਦਾ ਜਿਹੜਾ ਹੈਗਾ ਕੋਈ ਵੀ ਵਾਤਾਵਰਨ ਨਹੀਂ ਹੈ, ਅਤੇ ਜੇਕਰ ਆਪਾਂ ਦੇਖੀਏ ਕਿਸੇ ਵੀ ਧੁਨੀ ਨੂੰ ਜਿਹੜੀ ਹੈਗੀ ਟਰੈਵਲ ਕਰਨ ਵਾਸਤੇ ਕਿਸੇ ਮਾਧਿਅਮ ਦੀ ਲੋੜ ਹੁੰਦੀ ਹੈ, ਅਤੇ ਵਾਯੂਮੰਡਲ ਨਾ ਹੋਣ ਕਰਕੇ ਚੰਨ 'ਤੇ ਕੋਈ ਵੀ ਜਿਹੜਾ ਹੈਗਾ ਕਿ ਵੇ ਜਾਂ ਮਾਧਿਅਮ ਨਹੀਂ ਹੈ ਜਿਸ ਮਾਧਿਅਮ ਨਾਲ ਉਹ ਧੁਨੀ ਹੈ ਜਿਹੜੀ ਧਰਤੀ ਤੱਕ ਟਰੈਵਲ ਕਰ ਸਕੇ। ਉਸ ਤੋਂ ਬਾਅਦ ਆਪਣੇ ਕੋਲ ਪ੍ਰਸ਼ਨ ਬਣਦਾ ਵਾ ਕਿ ਆਧੁਨਿਕ ਸ਼ਕਤੀਸ਼ਾਲੀ ਚੁੰਬਕੀ ਜਿਹੜੇ ਹੈਗੇ ਨੇ ਕਿਸ ਤੋਂ ਬਣਦੇ ਨੇ। ਜਿਹੜੇ ਅੱਜ ਕੱਲ੍ਹ ਜਿਹੜੇ ਚੁੰਬਕ ਹੈ ਉਹ ਕਿਸ ਚੀਜ਼ ਤੋਂ ਬਣਦੇ ਨੇ? ਤਾਂ ਜਿਹੜੇ ਚੁੰਬਕ ਹੈਗੇ ਐਲੂਮੀਨੀਅਮ, ਕੋਲਬਾਟ, ਨਿਕਲ ਅਤੇ ਮਿਸ਼ਰਤ ਅਲੋਏ ਧਾਤ ਤੋਂ ਜਿਹੜੇ ਬਣਦੇ ਆ। ਮਿਸ਼ਰਤ ਜਿਹੜੀ ਹੈਗੀ ਆ ਧਾਤ ਉਹਨਾਂ ਤੋਂ ਬਣਦੇ ਆ, ਐਲੂਮੀਨੀਅਮ, ਕੋਲਬਾਟ, ਨਿਕਲ ਅਤੇ ਮਿਸ਼ਰਤ ਧਾਤ। ਜੇਕਰ ਤੁਹਾਨੂੰ ਇਹ ਤਿੰਨੇ ਦਿੱਤੇ ਹੋਏ ਆ ਤਾਂ ਤੁਸੀਂ ਤਿੰਨਾਂ 'ਤੇ ਟਿਕ ਕਰ ਦੇਣਾ। ਜੇਕਰ ਤੁਹਾਨੂੰ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਵੀ ਨਹੀਂ ਹੈਗਾ ਅਤੇ ਨਾਲ ਤੁਹਾਨੂੰ ਇਕੱਲੀ ਮਿਸ਼ਰਤ ਧਾਤ ਦਿੱਤਾ ਹੋਇਆ ਤਾਂ ਤੁਸੀਂ ਮਿਸ਼ਰਤ ਧਾਤ 'ਤੇ ਕਰ ਦੇਣਾ ਵਾ। ਅਤੇ ਜਿਹੜਾ ਹੈਗਾ ਫੋਟੋਗ੍ਰਾਫੀ ਦੇ ਵਿੱਚ ਮੁੱਖ ਕਿਹੜੇ ਰੰਗ ਹੁੰਦੇ ਹਨ, ਇਹ ਪ੍ਰਸ਼ਨ ਬਹੁਤ ਇੰਪੋਰਟੈਂਟ ਆ। ਫੋਟੋਗ੍ਰਾਫੀ ਦੇ ਵਿੱਚ ਜੇਕਰ ਦੇਖੀਏ ਲਾਲ, ਨੀਲਾ ਅਤੇ ਹਰਾ ਜਿਹੜਾ ਹੈਗਾ, ਇਹ ਤਿੰਨ ਰੰਗ ਫੋਟੋਗ੍ਰਾਫੀ ਦੇ ਵਿੱਚ ਮੁੱਖ ਪਾਏ ਜਾਂਦੇ। ਉਸ ਤੋਂ ਅੱਗੇ ਆਪਣੇ ਕੋਲ ਪ੍ਰਸ਼ਨ ਹੈਗਾ ਕਿ ਜਦੋਂ ਨਿੰਬੂ ਦਾ ਰਸ ਆਪਣਾ ਫੂਡ ਸੋਡਾ ਜਾਂ ਆਪਾਂ ਕਹਿ ਸਕਦੇ ਹਾਂ ਖਾਣੇ ਵਾਲੇ ਸੋਡੇ ਦੇ ਉੱਤੇ ਡੋਲਿਆ ਜਾਂਦਾ ਹੈ ਤਾਂ ਇਸ ਦਾ ਪੱਕਾ ਉਬਾਲ ਹੁੰਦਾ ਹੈ, ਕਿਉਂਕਿ ਇਸ ਵਿੱਚ ਡੈਸ਼ ਗੈਸ ਪੈਦਾ ਹੁੰਦੀ ਹੈ। ਅਤੇ ਜਦੋਂ ਆਪਾਂ ਨਿੰਬੂ ਦਾ ਜਿਹੜਾ ਹੈਗਾ ਰਸ ਉਹ ਖਾਣ ਵਾਲੇ ਸੋਡੇ ਦੇ ਉੱਤੇ ਡੋਲਦੇ ਹਾਂ ਤਾਂ ਇਸ ਦਾ ਇੱਕ ਉਬਾਲ ਪੈਦਾ ਹੁੰਦਾ ਹੈ। ਉਹ ਉਬਾਲ ਕਿਉਂ ਪੈਦਾ ਹੁੰਦਾ ਹੈ? ਅਤੇ ਇਸ ਉਬਾਲ ਦੇ ਵਿੱਚ ਜਿਹੜੀ ਹੈਗੀ ਆ ਕਾਰਬਨ ਡਾਈਆਕਸਾਈਡ ਗੈਸ ਪੈਦਾ ਹੁੰਦੀ ਹੈ। ਸੋ ਜਦੋਂ ਆਪਾਂ ਨਿੰਬੂ ਹੈਗਾ ਜਿਹੜਾ ਖਾਣ ਵਾਲੇ ਸੋਡੇ ਦੇ ਉੱਤੇ ਆਪਾਂ ਡੋਲਦੇ ਹਾਂ ਤਾਂ ਉਸ ਦੇ ਦੌਰਾਨ ਜਿਹੜਾ ਰਿਐਕਸ਼ਨ ਹੁੰਦਾ, ਉਸ ਰਿਐਕਸ਼ਨ ਦੇ ਦੌਰਾਨ ਜਿਹੜੀ ਗੈਸ ਪੈਦਾ ਹੁੰਦੀ ਉਹ ਹੁੰਦੀ ਹੈ CO2 ਕਾਰਬਨ ਡਾਈਆਕਸਾਈਡ ਇਸ ਦਾ ਜਿਹੜਾ ਹੈਗਾ ਗਾ ਰਸਾਇਣਿਕ ਨਾਮ ਹੈਗਾ ਗਾ। ਅਤੇ ਉਸ ਤੋਂ ਬਾਅਦ ਆਪਣੇ ਕੋਲ ਪ੍ਰਸ਼ਨ ਹੈ ਕਿ ਹੇਠ ਲਿਖਿਆਂ ਵਿੱਚੋਂ ਇਹ ਗਲਤ ਲਿਖਿਆ ਗਿਆ। ਇਸ ਦਾ ਪ੍ਰਸ਼ਨ ਹੈਗਾ ਕਿ ਕਿਹੜੀਆਂ ਸ਼੍ਰੇਣੀਆਂ ਦੇ ਪ੍ਰਿੰਟਸ ਦੀ ਉਮਰ ਸਭ ਤੋਂ ਲੰਬੀ ਹੁੰਦੀ ਹੈ। ਜਿਹੜੇ ਆਪਣੇ ਪ੍ਰਿੰਟਰਸ ਹੁੰਦੇ ਨੇ ਤਾਂ ਕਿਹੜੀ ਕੈਟਾਗਰੀ ਦੇ ਜਿਹੜੇ ਪ੍ਰਿੰਟਰ ਦੀ ਉਮਰ ਹੈ ਜਿਹੜੀ ਸਭ ਤੋਂ ਲੰਬੀ ਹੁੰਦੀ ਹੈ। ਤਾਂ ਜਿਹੜਾ ਬਲੈਕ ਐਂਡ ਵਾਈਟ ਪ੍ਰਿੰਟਰ ਹੈ, ਜਿਹੜਾ ਇਹਨਾਂ ਦੇ ਥਰੂ ਪ੍ਰਿੰਟ ਹੁੰਦਾ ਤਾਂ ਉਹਨਾਂ ਦੀ ਜਿਹੜੀ ਮੋਸਟਲੀ ਜਿਹੜੀ ਹੁੰਦੀ ਹੈਗੀ ਉਮਰ ਏਜ ਆਪਾਂ ਕਹਿ ਸਕਦੇ ਹਾਂ ਪ੍ਰਿੰਟ ਦੀ ਬਹੁਤ ਹੀ ਲੰਮੀ ਹੁੰਦੀ ਹੈ। ਅਤੇ ਜੇਕਰ ਕਿ ਗੱਲ ਕਰੀਏ ਕਿ ਤਾਂਬੇ ਦੀ ਡਿਸਕ ਵਿੱਚ ਇੱਕ ਛੋਟਾ ਜਿਹਾ ਛੇਕ ਹੈ, ਮਤਲਬ ਮੰਨ ਲਓ ਉਸ ਦੇ ਵਿੱਚ 1 ਇੰਚ ਡਾਇਆ ਦਾ ਛੇਕ ਹੈ, ਇੱਕ ਤਾਂਬੇ ਦੀ ਪਲੇਟ ਹੈ ਉਸ ਦੇ ਵਿਚਾਲੇ 1 ਇੰਚ ਜਿਹੜਾ ਡਾਇਆ ਛੇਕ ਹੈਗਾ ਇਹ ਮੋਰੀ ਆ। ਅਤੇ ਜੇਕਰ ਆਪਾਂ ਇਸ ਤਾਂਬੇ ਦੀ ਡਿਸਕ ਨੂੰ ਆਪਾਂ ਗਰਮ ਕਰਾਂਗੇ ਤਾਂ ਇਸ ਦੇ ਵਿੱਚ ਜਿਹੜਾ ਹੈਗਾ ਗਾ ਕਿ ਉਹ ਜਿਹੜੀ ਮੋਰੀ ਆ ਤਾਂ ਉਹ 'ਤੇ ਕੀ ਅਸਰ ਹੋਊਗਾ। ਤਾਂ ਤੁਹਾਨੂੰ ਪਤਾ ਆਪਾਂ ਜਦੋਂ ਕਿਸੇ ਵੀ ਧਾਤ ਨੂੰ ਗਰਮ ਕਰਾਂਗੇ ਤਾਂ ਉਹ ਫੈਲੂਗੀ, ਅਤੇ ਜਿਹੜਾ ਇਸ ਦਾ ਜਿਹੜਾ ਵਿੱਚ ਫੈਲੂਗੀ ਉਹ ਅੰਦਰ ਨੂੰ ਵੀ ਫੈਲੂਗੀ ਅਤੇ ਬਾਹਰ ਨੂੰ ਵੀ ਫੈਲੂਗੀ। ਅਤੇ ਉਸ ਦੇ ਵਿੱਚ ਜਿਹੜਾ ਡਾਇਆ ਹੈ ਜਦੋਂ ਇਹ ਗਰਮ ਹੋਊਗਾ ਤਾਂ ਇਸ ਦਾ ਡਾਇਆ ਜਦੋਂ ਇਹ ਧਾਤ ਅੰਦਰ ਨੂੰ ਫੈਲੂਗੀ ਤਾਂ ਇਸ ਦਾ ਡਾਇਆ ਆਟੋਮੈਟਿਕਲੀ ਮੋਰੀ ਦਾ ਆਕਾਰ ਹੈ ਜਿਹੜਾ ਉਹ ਘੱਟ ਜਾਊਗਾ। ਮਤਲਬ ਕਿ ਜਦੋਂ ਗੈਸ ਨੂੰ ਮਤਲਬ ਕਿ ਆਪਣੀ ਜਿਹੜੀ ਧਾਤ ਆ ਉਹਨੂੰ ਗਰਮ ਕਰਾਂਗੇ ਤਾਂ ਉਹ ਅੰਦਰ ਨੂੰ ਵੀ ਰਿਐਕਟ ਕਰੂਗੀ ਅਤੇ ਬਾਹਰ ਨੂੰ ਵੀ ਉਹ ਫੈਲੂਗੀ। ਅਤੇ ਜਦੋਂ ਦੋਨੇ ਪਾਸੇ ਉਹ ਫੈਲੂਗੀ ਗਰਮ ਹੋਣ ਤੋਂ ਬਾਅਦ ਆਪਣਾ ਜਿਹੜਾ ਰੀਸਾਈਜ਼ ਹੋਊਗੀ ਗਰਮ ਕਰਨ ਤੋਂ ਬਾਅਦ, ਤਾਂ ਜਿਹੜੀ ਮੋਰੀ ਦਾ ਸਾਈਜ਼ ਆ ਉਹ ਘੱਟ ਕੇ ਅੱਧਾ ਰਹਿ ਜਾਊਗਾ, ਮਤਲਬ ਕਿ ਘਟੂਗਾ। ਉਸ ਤੋਂ ਬਾਅਦ ਆਪਣੇ ਕੋਲ ਪ੍ਰਸ਼ਨ ਹੈਗਾ ਕਿ ਜਿਹੜਾ ਹੈਗਾ ਪ੍ਰਸ਼ਨ ਮੈਂ ਤੁਹਾਨੂੰ ਦੱਸਦਾ ਕਿ ਰੇਡੀਓ ਐਕਟੀਵਿਟੀ ਦੇ ਵਰਤਾਰੇ ਦੀ ਖੋਜ ਕਿਹਨੇ ਕੀਤੀ ਸੀ। ਇੱਕ ਤਾਂ ਹੈਗਾ ਰੇਡੀਓ ਐਕਟੀਵਿਟੀ ਉਹ ਤੁਹਾਨੂੰ ਮੈਂ ਅੱਗੇ ਦੱਸੂ ਕਿਹਨੇ ਖੋਜ ਕੀਤੀ ਸੀ, ਬਟ ਜਿਹੜਾ ਉਸਦਾ ਵਰਤਾਰਾ ਉਸਦਾ ਜਿਹੜਾ ਰਿਐਕਸ਼ਨ ਹੈ ਰੇਡੀਓ ਐਕਟੀਵਿਟੀ ਦੀ ਜਿਹੜੀ ਉਹਦੀ ਖੋਜ ਆ ਉਹ ਕਿਸ ਨੇ ਕੀਤੀ ਸੀ। ਤਾਂ ਜਿਹੜੀ ਹੈਗੀ ਰੇਡੀਓ ਐਕਟੀਵਿਟੀ ਦੀ ਖੋਜ ਹੈ ਉਹ ਕੀਤੀ ਸੀਗੀ ਬੈਕੇਰਲ ਨੇ ਕੀਤੀ ਸੀਗੀ। ਬੈਕੇਰਲ ਜਿਹੜਾ ਰੇਡੀਓ ਐਕਟੀਵਿਟੀ ਦੇ ਵਰਤਾਰੇ ਦੀ ਰਿਐਕਸ਼ਨ ਦੀ ਖੋਜ ਕੀਤੀ ਸੀ। ਅਤੇ ਰੇਡੀਓ ਐਕਟੀਵਿਟੀ ਦੀ ਖੋਜ ਹੈ ਉਹ ਮੈਡਮ ਮੈਰੀ ਕਿਊਰੀ ਕੀਤੀ। ਤਾਂ ਮੈਡਮ ਜਿਹੜੇ ਹੈਗੀ ਸੀ ਮੈਰੀ ਕਿਊਰੀ ਨੇ, ਅਤੇ ਉਹਨਾਂ ਨੇ ਮਤਲਬ ਜਿਹੜੀ ਹੈਗੀ ਆ ਹੈਲਪ ਲਈ ਸੀ ਆਪਣੇ ਪਤੀ ਦੀ, ਮਤਲਬ ਦੋਨਾਂ ਨੇ ਰਲ ਕੇ ਜਿਹੜੀ ਹੈਗੀ ਆ ਰੇਡੀਓ ਐਕਟੀਵਿਟੀ ਦੀ ਖੋਜ ਕੀਤੀ ਸੀਗੀ। ਅਤੇ ਉਹਨਾਂ ਨੇ ਹੈਲਪ ਲਈ ਸੀ ਮੈਡਮ ਕਿਊਰੀ ਨੇ ਆਪਣੇ ਪਤੀ ਦੀ, ਅਤੇ ਜਿਨ੍ਹਾਂ ਨੂੰ 1903 ਦੇ ਵਿੱਚ ਜਿਹੜਾ ਹੈਗਾ ਬਹੁਤ ਹੀ ਮਤਲਬ ਨੋਬਲ ਪ੍ਰਾਈਜ਼ ਦਾ ਨਾਲ ਜਿਹੜਾ ਹੈਗਾ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ ਮੈਡਮ ਕਿਊਰੀ ਨੂੰ। ਅਤੇ ਉਸ ਤੋਂ ਬਾਅਦ ਆਪਣੇ ਕੋਲ ਪ੍ਰਸ਼ਨ ਹੈ ਕਿ ਇਹਨਾਂ ਵਿੱਚ ਸਭ ਤੋਂ ਕਿਹੜੀਆਂ ਗੈਸਾਂ ਦਾ ਵੱਧ ਥਰਮਲ ਹੈ। ਮਤਲਬ
ਜਿਹੜੀ ਹੁੰਦੀ ਹੈ ਹੀਟ ਐਫੀਸ਼ੀਐਂਸੀ ਮਤਲਬ ਜਿਹੜੀ ਸਭ ਤੋਂ ਜਲਦੀ ਅੱਗ ਫੜਦੀਆਂ ਨੇ। ਥਰਮਲ ਮੁੱਲ ਮਤਲਬ ਕਿ ਹੀਟ ਐਫੀਸ਼ੀਐਂਸੀ ਜਾਂ ਹੁੰਦੀ ਹੈ ਬਰਨ ਐਫੀਸ਼ੀਐਂਸੀ ਹੁੰਦੀ ਹੈ ਸਮਰੱਥਾ ਮੁੱਲ। ਅਤੇ ਇਹਨਾਂ ਮਤਲਬ ਕਿ ਕਿਹੜੀ ਗੈਸ ਹੈ ਜਿਹੜੀ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਅੱਗ ਫੜਦੀ ਹੈ, ਤਾਂ ਜਿਹੜੀ ਕੁਦਰਤੀ ਗੈਸ ਆ ਉਹ ਬਹੁਤ ਹੀ ਜ਼ਿਆਦਾ ਜਲਦੀ ਅੱਗ ਫੜਦੀ ਹੈ, ਅਤੇ ਉਹ ਇਸ ਦੀ ਥਰਮਲ ਐਫੀਸ਼ੀਐਂਸੀ ਜਿਹੜੀ ਰੇਟ ਉਹ ਹਾਈ ਹੋਣ ਕਰਕੇ ਇਹ ਬਹੁਤ ਹੀ ਜ਼ਿਆਦਾ ਜਲਦੀ ਅੱਗ ਫੜ ਲੈਂਦੀਆਂ ਨੇ। ਚੰਨ 'ਤੇ ਕਿਸ ਚੀਜ਼ ਦੀ ਮੌਜੂਦਗੀ ਕਰਕੇ ਉੱਥੇ ਗੈਰ ਮੌਜੂਦਗੀ ਕਰਕੇ ਉੱਥੇ ਜੀਵਨ ਸੰਭਵ ਨਹੀਂ ਹੈ। ਅਤੇ ਜੇਕਰ ਤਾਂ ਤੁਹਾਨੂੰ ਪੁੱਛਿਆ ਜਾਂਦਾ ਵੀ ਹੈ ਨਾ ਵੀ ਕਿਸੇ ਗ੍ਰਹਿ 'ਤੇ ਜੀਵਨ ਹੋਣ ਲਈ ਕੀ ਜ਼ਰੂਰੀ ਹੈ, ਤਾਂ ਪਹਿਲਾਂ ਤਾਂ ਉਹਦਾ ਹੋਣਾ ਇੱਕ ਹੈਬੀਟੇਬਲ ਜ਼ੋਨ ਦੇ ਵਿੱਚ ਜ਼ਰੂਰੀ ਹੈ। ਕਿਉਂਕਿ ਜੇ ਇੱਕ ਗ੍ਰਹਿ ਆਪਣੇ ਤਾਰੇ ਦੇ ਜਾਂ ਸੂਰਜ ਦੇ ਹੈਬੀਟੇਬਲ ਜ਼ੋਨ ਦੇ ਵਿੱਚ ਹੈਗਾ, ਤਾਂ ਉੱਥੇ ਓਬਵੀਅਸਲੀ ਹੈ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਨੋਰਮਲ ਹਾਲਤ ਦੇ ਵਿੱਚ ਹੋਣਗੀਆਂ। ਹੁਣ ਜਿਵੇਂ ਚੰਨ ਦੀ ਗੱਲ ਕਰੀਏ, ਜਿਹੜਾ ਚੰਨ 'ਤੇ ਕਿਸ ਚੀਜ਼ ਦੀ ਗੈਰ ਮੌਜੂਦਗੀ ਕਰਕੇ ਜਿਹੜਾ ਉੱਥੇ ਜੀਵਨ ਸੰਭਵ ਨਹੀਂ ਹੈ। ਚੰਨ ਦੀ ਜਿਹੜੀ ਗੈਰ ਮੌਜੂਦਗੀ ਅਤੇ ਹੈਗੇ ਜਿਹੜਾ ਪਾਣੀ ਉੱਥੇ ਤਰਲ ਅਵਸਥਾ ਵਿੱਚ ਨਹੀਂ ਹੈਗਾ। ਇਹ ਨਹੀਂ ਹੈਗਾ ਕਿ ਉੱਥੇ ਪਾਣੀ ਨਹੀਂ ਹੈਗਾ, ਉੱਥੇ ਧਰੁਵਾਂ 'ਤੇ ਬਰਫ਼ ਹੈਗੀ ਆ, ਜਿੱਥੇ ਤੱਕ ਦੇਖਿਆ ਜਾਵੇ ਧਰੁਵਾਂ 'ਤੇ ਬਰਫ਼ ਹੈਗੀ ਆ, ਬਟ ਉਹ ਤਰਲ ਨਹੀਂ ਆ। ਠੋਸ ਬਰਫ਼ ਤਾਂ ਮੰਗਲ ਗ੍ਰਹਿ 'ਤੇ ਵੀ ਹੈ, ਤਾਂ ਫਿਰ ਉੱਥੇ ਵੀ ਜੀਵਨ ਨਹੀਂ ਹੈਗਾ। ਕਿਉਂ ਨਹੀਂ ਹੈਗਾ? ਕਿਉਂਕਿ ਜਿਹੜੀ ਬਰਫ਼ ਹੈ ਉਹ ਠੋਸ ਬਣਿਆ ਹੋਇਆ ਪਾਣੀ, ਨਾ ਕਿ ਉਹ ਲਿਕੁਇਡ ਫੋਰਮ 'ਚ ਹੈ। ਜੇਕਰ ਲਿਕੁਇਡ ਫੋਰਮ 'ਚ ਹੋਊਗਾ ਤਾਂ ਮਤਲਬ ਕਿ ਉਸ 'ਤੇ ਜਿਹੜਾ ਵਾਯੂਮੰਡਲ ਹੋਊਗਾ, ਉਸ ਦੇ ਵਿੱਚ ਜਿਹੜੀ ਗੈਸਾਂ ਦੀ ਜਿਹੜੀ ਹੈਗੀ ਆ ਘਣਤਾ ਉਹ ਬਰਾਬਰ ਹੋਊਗੀ, ਅਤੇ ਗੈਸਾਂ ਦੀ ਘਣਤਾ ਬਰਾਬਰ ਹੋਣ ਕਰਕੇ ਜਿਹੜੀ ਉੱਥੇ ਹਰ ਇੱਕ ਚੀਜ਼ ਹੈ ਉਹ ਇੱਕ ਸਹੀ ਤਰੀਕੇ ਨਾਲ ਉੱਥੇ ਆਪਣੀ ਜਿਹੜੀ ਹੈਗੀ ਆ ਹੋਂਦ ਬਣਾਈ ਰੱਖੂਗੀ। ਅਤੇ ਜੇ ਪਾਣੀ ਦੀ ਹੋਂਦ ਆਪਣੇ ਬਣਾਈ ਰੱਖਣੀ ਹੈ ਤਾਂ ਉਹਨੂੰ ਇੱਕ ਐਕੂਰੇਟ ਟੈਂਪਰੇਚਰ 'ਤੇ ਹੋਣਾ ਚਾਹੀਦਾ, ਕਿ ਨਾ ਤਾਂ ਬਹੁਤੀ ਜ਼ਿਆਦਾ ਗਰਮੀ ਅਤੇ ਨਾ ਹੀ ਬਹੁਤੀ ਜ਼ਿਆਦਾ ਠੰਡ। ਇਸ ਲਈ ਇਹਨਾਂ ਹਾਲਾਤਾਂ ਲਈ ਜਿਹੜਾ ਹੈਗਾ ਕਿ ਕਿਸੇ ਗ੍ਰਹਿ ਜਾਂ ਉਪਗ੍ਰਹਿ ਦਾ ਉਸ ਦੇ ਤਾਰੇ ਦੇ ਜਾਂ ਉਸ ਦੇ ਪਲੈਨਟ ਦੇ ਹੈਬੀਟੇਬਲ ਜ਼ੋਨ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਸੋ ਚੰਨ 'ਤੇ ਪਾਣੀ ਦੀ ਜਿਹੜੀ ਤਰਲ ਪਾਣੀ ਦੀ ਗੈਰ ਮੌਜੂਦਗੀ ਕਰਕੇ ਉੱਥੇ ਜੀਵਨ ਸੰਭਵ ਨਹੀਂ ਹੈਗਾ। ਕਿਹੜਾ ਬਾਲਣ ਪਰਮਾਣੂ ਰਿਐਕਟਰ ਵਿੱਚ ਕੰਮ ਕਰਦਾ ਹੈ? ਜਿਹੜਾ ਪਰਮਾਣੂ ਰਿਐਕਟਰ ਹੁੰਦਾ ਉਸ ਵਿੱਚ ਬਾਲਣ ਦੇ ਤੌਰ 'ਤੇ ਕਿਹੜਾ ਹੈਗਾ ਜਿਹੜਾ ਰਿਐਕਟਰ ਕੰਮ ਕਰਦਾ ਹੈਗਾ, ਤਾਂ ਯੂਰੇਨੀਅਮ ਦਾ ਜਿਹੜਾ ਹੈਗਾ ਮੁੱਖ ਰੋਲ ਹੁੰਦਾ ਪਰਮਾਣੂ ਰਿਐਕਟਰ ਦੇ ਵਿੱਚ। ਅਤੇ ਯੂਰੇਨੀਅਮ ਜਿਹੜਾ ਹੈਗਾ ਇਸ ਦੇ ਵਿੱਚ ਮੁੱਖ ਭੂਮਿਕਾ ਨਿਭਾਉਂਦਾ, ਅਤੇ ਇਸ ਦਾ ਪਰਮਾਣੂ ਅੰਕ ਹੈਗਾ ਜਿਹੜਾ 92 92 ਯੂਰੇਨੀਅਮ ਦਾ ਜਿਹੜਾ ਹੈਗਾ ਪਰਮਾਣੂ ਅੰਕ ਹੈਗਾ ਵਾ। ਅਤੇ ਉਸ ਤੋਂ ਬਾਅਦ ਹੈਗੀ ਆਪਣੇ ਕੋਲ ਅਗਲਾ ਪ੍ਰਸ਼ਨ ਕਿ ਪੁਲਾੜ ਵਿੱਚ ਜਾਣ ਆਉਣ ਦੀ ਯਾਤਰਾ ਦੌਰਾਨ ਸਭ ਤੋਂ ਵੱਧ ਤੇਲ ਕਦੋਂ ਖਰਚਿਆ ਜਾਂਦਾ ਹੈ? ਅਤੇ ਜਦੋਂ ਕੋਈ ਸਪੇਸ ਸ਼ਟਲ ਪੁਲਾੜ ਵਿੱਚ ਜਾਂਦਾ ਵਾ ਅਤੇ ਆਉਂਦਾ, ਉਸ ਦੇ ਦੌਰਾਨ ਉਸ ਦੀ ਯਾਤਰਾ ਦੇ ਦੌਰਾਨ ਸਭ ਤੋਂ ਵੱਧ ਜਿਹੜਾ ਹੈਗਾ ਈਂਧਨ ਜਾਂ ਆਪਾਂ ਤੇਲ ਕਹਿ ਸਕਦੇ ਹਾਂ ਕਦੋਂ ਖਰਚਿਆ ਜਾਂਦਾ? ਜਦੋਂ ਧਰਤੀ 'ਤੇ ਦੁਬਾਰਾ ਪ੍ਰਵੇਸ਼ ਕਰਦਾ ਅਤੇ ਹਲਕੇ ਲੈਂਡਿੰਗ ਸਮੇਂ, ਜਦੋਂ ਧਰਤੀ ਦੇ ਐਟਮੋਸਫੀਅਰ 'ਚ ਦਾਖਲ ਹੁੰਦਾ ਤਾਂ ਉੱਥੇ ਬਹੁਤ ਹੀ ਜ਼ਿਆਦਾ ਮਤਲਬ ਕਿ ਪ੍ਰੈਸ਼ਰ ਬਣ ਜਾਂਦਾ, ਅਤੇ ਗੈਸਾਂ ਦੇ ਪ੍ਰੈਸ਼ਰ ਕਰਕੇ ਇਹਨਾਂ ਚੀਜ਼ਾਂ ਨੂੰ ਅੱਗ ਵੀ ਲੱਗ ਜਾਂਦੀ ਹੈ। ਸੋ ਉਸ ਦਬਾਅ ਨੂੰ ਘਟਾਉਣ ਵਾਸਤੇ, ਅਤੇ ਜਦੋਂ ਉਹ ਧਰਤੀ ਦੀ ਗ੍ਰੈਵੀਟੇਸ਼ਨਲ ਫੋਰਸ ਦੇ ਅੰਡਰ ਆਉਂਦਾ, ਜਦੋਂ ਆਪਾਂ ਧਰਤੀ ਦੇ ਵੱਲ ਕਿਸੇ ਚੀਜ਼ ਨੂੰ ਸੁੱਟਦੇ ਹਾਂ ਤਾਂ ਉਹ ਹਮੇਸ਼ਾ ਨੀਚੇ ਵੱਲ ਡਿੱਗਦੀ ਹੈ। ਸੋ ਜਦੋਂ ਧਰਤੀ ਦੇ ਘੇਰੇ ਦੇ ਵਿੱਚ ਹੈਗੀ ਜਿਹੜੀ ਗ੍ਰੈਵਿਟੀ ਫੋਰਸ ਹੈਗੀ ਆਪਣੀ ਧਰਤੀ ਦੇ ਆਲੇ ਦੁਆਲੇ, ਜਿਹੜੀ ਧਰਤੀ ਦੇ ਕੋਰ ਦੇ ਵਿੱਚ ਜਿਹੜੀ ਗ੍ਰੈਵਿਟੀ ਫੋਰਸ ਹੈ, ਉਸ ਗ੍ਰੈਵਿਟੀ ਫੋਰਸ ਨੂੰ ਘੱਟ ਕਰਨ ਵਾਸਤੇ, ਕਿਉਂਕਿ ਜੇ ਗ੍ਰੈਵਿਟੀ ਫੋਰਸ ਘੱਟ ਨਾ ਕੀਤੀ ਤਾਂ ਇਹ ਇੱਕਦਮ ਲੈਂਡ ਕਰ ਜੂਗਾ, ਅਤੇ ਇਹਦੀ ਸਪੀਡ ਇੰਨੀ ਹੋਊਗੀ ਕਿ ਇਹ ਜਿਹੜੀਆਂ ਹੈਗੀਆਂ ਨੇ ਗੈਸਾਂ ਜਿਹੜੇ ਹੈਗੇ ਨੇ ਓਜ਼ੋਨ ਪਰਤ ਦੇ ਵਿੱਚ ਪਰਤਾਂ ਨੇਗੀਆਂ, ਸੋ ਵਾਯੂਮੰਡਲ ਦੇ ਵਿੱਚ ਹਵਾ ਹੈਗੀ, ਉਸ ਦੇ ਨਾਲ ਇਹ ਜਿਹੜੀ ਹੈਗੀ ਰਗੜ ਕਰਕੇ ਕਿਸੇ ਵੀ ਜਿਹੜਾ ਸਪੇਸ਼ੀਅਸ ਸ਼ਟਲ ਹੈ ਉਹ ਜਿਹੜਾ ਹੈਗਾ ਕਿ ਰਗੜ ਨਾਲ ਉਹਦੀ ਟੈਂਪਰੇਚਰ ਵਧੂਗਾ, ਅਤੇ ਟੈਂਪਰੇਚਰ ਵਧਣ ਕਰਕੇ ਜਿਹੜਾ ਉਹ ਬਲਾਸਟ ਵੀ ਹੋ ਸਕਦਾ। ਸੋ ਪਹਿਲਾਂ ਤਾਂ ਇਸ ਧਰਤੀ ਦੇ ਜਿਹੜਾ ਹੈਗਾ ਕਿ ਐਟਮੋਸਫੀਅਰ ਦੇ ਵਿੱਚ ਦਾਖਲ ਹੋਣ 'ਤੇ ਅਤੇ ਧਰਤੀ ਦੀ ਜਿਹੜੀ ਗ੍ਰੈਵਿਟੀ ਫੋਰਸ ਨੂੰ ਘੱਟ ਕਰਨ ਵਾਸਤੇ ਮਤਲਬ ਇੱਕ ਤਰ੍ਹਾਂ ਦਾ ਬ੍ਰੇਕ ਲਾਉਂਦੇ ਆ ਜਦੋਂ, ਉਦੋਂ ਜਿਹੜਾ ਹੈਗਾ ਸਭ ਤੋਂ ਵੱਧ ਤੇਲ ਖਰਚਿਆ ਜਾਂਦਾ ਵਾ। ਅਤੇ ਜੇਕਰ ਤੁਹਾਨੂੰ ਨਹੀਂ ਸਮਝ ਆਈ ਪਲੀਜ਼ ਕਮੈਂਟ ਬਾਕਸ ਵਿੱਚ ਦੱਸ ਦੇਣਾ, ਮੈਂ ਤੁਹਾਨੂੰ ਵਾਪਸ ਸਮਝਾ ਦੂੰਗਾ। ਅੱਗੇ ਪ੍ਰਸ਼ਨ ਹੈ, ਵਾਯੂਮੰਡਲ ਦੀ ਓਜ਼ੋਨ ਪਰਤ ਦੀ ਉੱਪਰਲੀ ਜਿਹੜੀ ਤਹਿ ਆ ਉਹ ਕਿਸ ਚੀਜ਼ ਤੋਂ ਬਣੀ ਹੁੰਦੀ ਹੈ? ਆਕਸੀਜਨ ਵਿੱਚ ਅਣੂਆਂ ਦੀ ਆਪਸੀ ਸੰਯੋਜਨ ਦੀ। ਜਿਹੜੇ ਆਕਸੀਜਨ ਦੇ ਆਪਸ ਵਿੱਚ ਅਣੂ ਸੰਯੋਜਨ ਮਤਲਬ ਜੁੜੇ ਹੋਏ ਨੇਗੇ, ਉਸ ਕਰਕੇ ਜਿਹੜੀ ਕਿ ਵਾਯੂਮੰਡਲ ਦੀ ਓਜ਼ੋਨ ਪਰਤ ਦੀ ਉੱਪਰਲੀ ਪਰਤ ਬਣਦੀ ਹੈ। ਉਸ ਤੋਂ ਅੱਗੇ ਆਪਣੇ ਕੋਲ ਪ੍ਰਸ਼ਨ ਹੈਗਾ ਕਿ ਨਿਊਕਲੀਅਰ ਰਿਐਕਟਰ ਵਿੱਚ ਨਿਊਟਰਾਨ ਕਿਸ ਦੇ ਸੰਪਰਕ ਵਿੱਚ ਰੱਖਿਆ ਜਾਂਦਾ? ਜਿਹੜਾ ਨਿਊਕਲੀਅਰ ਰਿਐਕਟਰ ਹੁੰਦਾ, ਜਿਹੜਾ ਆਪਾਂ ਕਹਿ ਦਿੰਦੇ ਹਾਂ ਕਿ ਪਰਮਾਣੂ ਰਿਐਕਟਰ ਹੈ, ਉਸ ਦੇ ਵਿੱਚ ਜਿਹੜਾ ਨਿਊਟਰਾਨ ਹੈ ਉਸ ਨੂੰ ਕਿਸ ਦੇ ਸੰਪਰਕ ਵਿੱਚ ਰੱਖਿਆ ਜਾਂਦਾ? ਤਾਂ ਉਸ ਨੂੰ ਰੱਖਿਆ ਜਾਂਦਾ ਮਾਡਰੇਟਰ ਮਤਲਬ ਸੰਚਾਲਕ ਦੇ ਸੰਪਰਕ ਦੇ ਵਿੱਚ ਉਹਨੂੰ ਰੱਖਿਆ ਜਾਂਦਾ। ਡੀਜ਼ਲ ਇੰਜਨ ਵਿੱਚ ਜਿਹੜਾ ਹੈਗਾ ਫਿਊਲ ਜਿਹੜਾ ਬਰਨ ਹੁੰਦਾ, ਜਿਹੜੀ ਪਾਵਰ ਬਣਦੀ ਹੈ, ਅੱਗ ਜਲਦੀ ਹੈ, ਤਾਂ ਉਸ ਨੂੰ ਜਿਹੜਾ ਹੈਗਾ ਉੱਚ ਤਾਪਮਾਨ ਕਿਵੇਂ ਪ੍ਰਾਪਤ ਕੀਤਾ ਜਾਂਦਾ? ਮਤਲਬ ਕਿ ਜਿਹੜੀ ਉਹਨਾਂ ਦੇ ਵਿੱਚ ਡੀਜ਼ਲ ਦੇ ਵਿੱਚ ਜਿਹੜੀ ਹੈਗੀ ਡੀਜ਼ਲ ਇੰਜਨ ਦੇ ਵਿੱਚ ਜਿਹੜੀ ਅੱਗ ਬਲਦੀ ਹੈ, ਪਾਵਰ ਬਣਦੀ ਹੈ ਸਿਲੰਡਰ ਦੇ ਵਿੱਚ, ਤਾਂ ਉਹ ਕਿਸ ਕਾਰਨ ਕਰਕੇ ਬਣਦੀ ਹੈ? ਉਸ ਚੀਜ਼ ਨੂੰ ਬਣਾਉਣ ਦੇ ਲਈ ਕੀ ਕੀਤਾ ਜਾਂਦਾ ਹੈ? ਤਾਂ ਜਿਹੜੇ ਸਿਲੰਡਰ ਹੁੰਦੇ ਨੇ, ਜਿਵੇਂ ਆਹ ਮੰਨ ਲਓ ਸਿਲੰਡਰ ਹੈ, ਇਹਦੇ ਵਿੱਚ ਆਹ ਪਿਸਟਨ ਹੈ, ਇਹ ਪਿਸਟਨ ਹੈ, ਤਾਂ ਜਦੋਂ ਇਹ ਪਿਸਟਨ ਇੱਥੋਂ ਹਵਾ 'ਤੇ ਆਪਣੀ ਫਰੈਸ਼ ਏਅਰ ਜਿਹੜੀ ਹੈਗੀ ਹੈ ਐਂਟਰ ਹੋਊਗੀ ਸਿਲੰਡਰ ਦੇ ਵਿੱਚ, ਤਾਂ ਦੋਨੇ ਵੱਲ ਬੰਦ ਹੋ ਜਾਣਗੇ, ਤਾਂ ਇਹ ਸਿਲੰਡਰ ਹੈ, ਪਿਸਟਨ ਉੱਪਰ ਜਾਊਗਾ, ਅਤੇ ਜਦੋਂ ਆਪਾਂ ਕਿਸੇ ਗੈਸ ਨੂੰ ਬਹੁਤ ਘੱਟ ਜਗ੍ਹਾ ਦੇ ਵਿੱਚ ਕੰਪਰੈਸ ਕਰਾਂਗੇ ਤਾਂ ਉਹ ਓਬਵੀਅਸਲੀ ਜਿਹੜੀ ਉਹਦਾ ਜਿਹੜਾ ਹੈਗਾ ਕਿ ਟੈਂਪਰੇਚਰ ਹਾਈ ਹੋ ਜਾਊਗਾ, ਅਤੇ ਜਦੋਂ ਇਹ ਪਿਸਟਨ ਉੱਪਰ TDC ਤੱਕ ਜਾਊਗਾ, ਉੱਪਰ ਟੌਪ ਤੱਕ ਜਾਊਗਾ, ਤਾਂ ਇੱਥੋਂ ਜਿਹੜੀ ਪਲੰਜਰ ਆ ਉਹ ਫਿਊਲ ਇੰਜੈਕਟ ਕਰ ਦੂਗੀ, ਅਤੇ ਜਿਸ ਕਰਕੇ ਜਿਹੜੀ ਹੈਗੀ ਆ ਸਿਲੰਡਰਾਂ ਵਿੱਚ ਹਵਾ ਨੂੰ ਦੱਬ ਕੇ ਉਸਦਾ ਟੈਂਪਰੇਚਰ ਵਧਾਇਆ ਜਾਂਦਾ, ਅਤੇ ਟੈਂਪਰੇਚਰ ਵਧੇ ਹੋਏ ਉੱਤੇ ਜਦੋਂ ਕੋਈ ਸਪਰੇਅ ਦੀ ਫੋਰਮ ਵਿੱਚ ਈਂਧਨ ਹੈ ਜਾਂ ਡੀਜ਼ਲ ਹੈ ਸਪਰੇਅ ਕੀਤਾ ਜਾਂਦਾ ਤਾਂ ਉਹ ਜਲਦੀ ਉਹ ਅੱਗ ਫੜ ਲੈਂਦਾ। ਸੋ ਇਸ ਲਈ ਜਿਹੜੇ ਇਹ ਇੰਜਨ ਨੇ ਇਹਨਾਂ ਨੂੰ ਸੈਲਫ ਇਗਨੀਸ਼ਨ ਇੰਜਨ ਵੀ ਕਿਹਾ ਜਾਂਦਾ, SEI ਸੈਲਫ ਇਗਨੀਸ਼ਨ ਇੰਜਨ, ਜਿਹੜੇ ਕਿ ਆਪਣੇ ਆਪ ਜਿਹੜੇ ਹੈਗੇ ਆ ਕਿ ਫਿਊਲ ਨੂੰ ਇਗਨਾਈਟ ਕਰਦੇ ਆ। ਅਤੇ ਇੱਕ ਹੁੰਦਾ ਹੈਗਾ ਪੈਟਰੋਲ ਇੰਜਨ, ਉਹਨਾਂ ਨੂੰ ਕਹਿੰਦੇ ਨੇ
ਉਹਨਾਂ ਨੂੰ ਕਹਿੰਦੇ ਨੇਗੇ SEI ਸਪਾਰਕ ਇਗਨੀਸ਼ਨ ਇੰਜਨ, ਇਹਨਾਂ ਨੂੰ ਕਹਿੰਦੇ ਨੇਗੇ CEI ਕੰਪਰੈਸ਼ਨ ਇਗਨੀਸ਼ਨ ਇੰਜਨ। ਅਤੇ ਉਸ ਤੋਂ ਬਾਅਦ ਆਪਣੇ ਕੋਲ ਪ੍ਰਸ਼ਨ ਆਉਂਦਾ ਵਾ ਕਿ ਗ੍ਰੀਨ ਹਾਊਸ ਗੈਸ ਹੈ ਜਿਹੜੀ ਉਹ ਕਿਹੜੀ ਹੈਗੀ, ਤਾਂ ਗ੍ਰੀਨ ਹਾਊਸ ਗੈਸ ਹੈ ਜਿਹੜੀ ਉਹ ਕਾਰਬਨ ਡਾਈਆਕਸਾਈਡ ਹੈ। ਅਤੇ ਇਹ ਸੀ ਆਪਣੇ ਕੋਲ ਅੱਜ ਦੇ ਮੇਨ ਟੌਪਿਕ ਦੇ ਪ੍ਰਸ਼ਨ। ਸੋ ਮੈਨੂੰ ਉਮੀਦ ਹੈ ਵੀਡੀਓ ਤੁਹਾਨੂੰ ਚੰਗੀ ਲੱਗੂਗੀ, ਅਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ।